ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਟ੍ਰਿਬਿਊਨ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ ਚਰਨਜੀਤ ਜੀ। ਸਤਿ ਸ਼੍ਰੀ ਅਕਾਲ ਜੀ ਆਤਿਸ਼ ਜੀ। ਚਰਨਜੀਤ ਜੀ, ਪੰਜਾਬ ਦੇ ਬਠਿੰਡਾ ਵਿੱਚ ਜਿਹੜਾ ਹੈਗਾ ਥਰਮਲ ਪਲਾਂਟ ਨੂੰ ਬੰਦ ਕਰਨ ਨੂੰ ਲੈ ਕੇ ਅਤੇ ਉਸ ਦੀ ਜ਼ਮੀਨ ਨੂੰ ਲੈ ਕੇ ਜਿਹੜਾ ਸਿਆਸੀ ਵਿਵਾਦ ਹੈ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਧਿਰਾਂ ਵੱਲੋਂ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਕੀ ਕਾਰਨ ਸੀਗੇ ਜਿਹੜਾ ਅੱਜ ਸਰਕਾਰ ਨੂੰ ਇਹ ਥਰਮਲ ਪਲਾਂਟ ਬੰਦ ਕਰਨਾ ਪੈ ਗਿਆ? ਆਤਿਸ਼ ਜੀ, ਜਿਹੜਾ ਪਹਿਲਾਂ ਬਠਿੰਡਾ ਥਰਮਲ ਨੂੰ ਬੰਦ ਕਰਨ ਦਾ ਔਰ ਉਸ ਤੋਂ ਬਾਅਦ ਇਸ ਦੀ ਜ਼ਮੀਨ ਨੂੰ ਵੇਚਣ ਦਾ ਜੇ ਤਾਂ ਅਸੀਂ ਸਰਕਾਰੀ ਪੱਖ ਤੋਂ ਦੇਖੀਏ ਤਾਂ ਇਹਦੇ ਰੀਜ਼ਨ ਜਿਹੜੇ ਹੋਰ ਦਿਖਾਏ ਜਾ ਰਹੇ ਨੇ, ਕਾਰਨ ਹੋਰ ਦਿਖਾਏ ਨੇ, ਪਰ ਪਰਦੇ ਪਿੱਛੇ ਇਸ ਦੇ ਕਾਰਨ ਕੁਝ ਹੋਰ ਨੇ ਜਿਹੜੇ ਮੈਂ ਸਮਝ ਰੱਖਦਾ ਜਿੰਨੀ ਕੁ ਮੈਨੂੰ ਇਹ ਲੱਗਦਾ ਕਿ ਬਠਿੰਡਾ ਥਰਮਲ ਨੂੰ ਬੰਦ ਕਰਨ ਦਾ ਜਿਹੜਾ ਮੁੱਢ ਹੈ, ਵੈਸੇ ਇਹ 1 ਜਨਵਰੀ 2018 ਨੂੰ ਬੰਦ ਹੋਇਆ ਹੈ, ਪਰ ਉਸ ਦਾ ਮੁੱਢ ਹੈ ਜਿਹੜਾ ਉਹ 2007, 8, 9 ਦੇ ਵਿੱਚ ਵੱਜ ਗਿਆ ਸੀ। ਜਿਸ ਟਾਈਮ ਪੰਜਾਬ ਗੌਰਮੈਂਟ ਨੇ, ਜਿਸ ਟਾਈਮ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਉਸ ਟਾਈਮ ਜਿਹੜੇ ਬਿਜਲੀ ਐਗਰੀਮੈਂਟ ਹੋਏ ਆ ਪ੍ਰਾਈਵੇਟ ਕੰਪਨੀਆਂ ਨੇ ਪ੍ਰਾਈਵੇਟ ਥਰਮਲ ਲੱਗਣ ਦੇ, ਉਹ ਲੋੜੋਂ ਵੱਧ ਔਰ ਬੇਤਰਤੀਬੇ ਹੋਏ ਨੇ। ਜਿਸ ਟਾਈਮ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਤਾਂ ਕਾਂਗਰਸ ਦੀ ਸਰਕਾਰ ਨੇ 2006-07 ਦੇ ਵਿੱਚ ਪੰਜਾਬ ਦੇ ਵਿੱਚ 2 ਥਰਮਲ ਪਲਾਂਟ ਲਾਉਣ ਦਾ ਫੈਸਲਾ ਕੀਤਾ ਸੀਗਾ, ਇੱਕ 2000 ਮੈਗਾਵਾਟ ਦੀ, ਪਰ ਗੱਠਜੋੜ ਸਰਕਾਰ ਨੇ ਉਸ ਨੂੰ 2000 ਮੈਗਾਵਾਟ ਨੂੰ ਵਧਾ ਕੇ 3920 ਮੈਗਾਵਾਟ ਦਾ ਕੀਤਾ। ਅਤੇ ਜੇ ਅਸੀਂ ਪੰਜਾਬ ਦਾ ਸੀਨ ਦੇਖੀਏ ਤਾਂ ਪੰਜਾਬ ਦੇ ਵਿੱਚ ਸਿਰਫ ਬਿਜਲੀ ਦੀ ਜਿਹੜੀ ਲੋੜ ਹੈ ਉਹ ਸਾਲ ਦੇ ਵਿੱਚੋਂ ਸਿਰਫ ਆਪਾਂ ਨੂੰ 3 ਮਹੀਨੇ ਪੈਂਦੀ ਹੈਗੀ ਹੈ, ਜਦੋਂ ਪੈੜੀ ਦਾ ਸੀਜ਼ਨ ਹੁੰਦਾ, ਗਰਮੀ ਦਾ ਮੌਸਮ ਹੁੰਦਾ, ਉਹਨਾਂ ਟਾਈਮਾਂ ਦੇ ਵਿੱਚ। ਪਰ ਜਿਹੜੇ ਅਸੀਂ ਸਮਝੌਤੇ ਕੀਤੇ ਜਾਂ ਅਸੀਂ ਜਿਹੜੀ ਕਪੈਸਿਟੀ ਦੇ ਥਰਮਲ ਪਲਾਂਟ ਲਾਏ ਪ੍ਰਾਈਵੇਟ, ਉਹ ਅਸੀਂ ਪੂਰੇ ਸਾਲ ਨੂੰ ਇੱਕ ਤਰ੍ਹਾਂ ਦਾ ਕੰਸੀਡਰ ਕਰਕੇ ਲਗਾ ਲਏ। ਸਾਨੂੰ ਜੇ 2000 ਮੈਗਾਵਾਟ ਦੇ ਥਰਮਲ ਲੱਗਦੇ ਤਾਂ ਸ਼ਾਇਦ ਠੀਕ ਰਹਿ ਜਾਂਦਾ, ਉਹਦੀ ਕਪੈਸਿਟੀ ਡਬਲ ਕਰ ਦਿੱਤੀ ਗਈ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਸਰਕਾਰੀ ਪਬਲਿਕ ਸੈਕਟਰ ਦੇ ਥਰਮਲ ਸੀਗਾ, ਉਹਨਾਂ ਦੇ ਜਿਹੜੇ ਮਾੜੇ ਦਿਨਾਂ ਦਾ ਮੁੱਢ ਹੈ ਜਿਹੜਾ ਉਸ ਟਾਈਮ ਹੀ ਵੱਜ ਗਿਆ ਸੀ। ਜਿਸ ਤਰ੍ਹਾਂ ਹੁਣ ਕੱਲ੍ਹ ਫਾਈਨਾਂਸ ਮਿਨਿਸਟਰ ਨੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ, ਤਾਂ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਬਠਿੰਡਾ ਥਰਮਲ ਤੋਂ ਜਿਹੜੀ ਬਿਜਲੀ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਪੈ ਰਹੀ ਸੀ। ਆਤਿਸ਼ੀ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਸ ਟਾਈਮ ਕੈਪਟਨ ਸਰਕਾਰ ਹੋਂਦ 'ਚ ਆਈ ਹੈ, ਪਹਿਲੇ 7 ਮਹੀਨਿਆਂ ਦੇ ਵਿੱਚ ਹੀ ਬਠਿੰਡਾ ਥਰਮਲ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਸੀਗਾ। ਉਸ ਤੋਂ ਪਹਿਲਾਂ ਇੱਕ ਸਬ ਕਮੇਟੀ ਬਣਾਈ, ਸਬ ਕਮੇਟੀ ਨੇ ਕਿਹਾ ਕਿ ਜੀ ਬਠਿੰਡਾ ਥਰਮਲ ਦੀ ਜਿਹੜੀ ਪਰ ਯੂਨਿਟ ਜਿਹੜੀ ਕਾਸਟ ਹੈ ਉਹ ਬਹੁਤ ਜ਼ਿਆਦਾ ਪੈ ਰਹੀ ਹੈਗੀ ਹੈ, ਜਿਸ ਕਰਕੇ ਇਹ ਸਾਨੂੰ ਜਿਹੜੀ ਦੂਸਰੇ ਥਰਮਲਾਂ ਤੋਂ ਜਾਂ ਸੈਂਟਰਲ ਪੂਲ 'ਚੋਂ ਸਸਤੀ ਮਿਲ ਰਹੀ ਹੈ। ਇਹੀ ਗੱਲ ਸਾਨੂੰ ਮਨਪ੍ਰੀਤ ਬਾਦਲ ਹੋਰਾਂ ਨੇ ਕੱਲ੍ਹ ਕਹੀ ਹੈਗੀ ਹੈ ਕਿ ਸਾਨੂੰ ਸੈਂਟਰ 'ਚੋਂ 2.5 ਰੁਪਏ ਬਿਜਲੀ ਮਿਲ ਰਹੀ ਹੈ ਅਤੇ ਇਸ ਦੀ ਜਿਹੜੀ 7.5 ਰੁਪਏ ਸਾਨੂੰ ਜਿਹੜੀ ਬਿਜਲੀ ਕਾਸਟ ਕਰ ਰਹੀ ਸੀ। ਪਰ ਮੈਨੂੰ ਇਹ ਲੱਗਦਾ ਹੈਗਾ ਕਿ ਵੀ ਉਹਦਾ ਰੀਜ਼ਨ ਕੀ ਸੀਗਾ। ਜਦੋਂ ਅਸੀਂ ਪ੍ਰਾਈਵੇਟ ਥਰਮਲਾਂ ਤੋਂ ਲੈਣੀ ਸ਼ੁਰੂ ਕਰ ਦਿੱਤੀ ਔਰ ਪਬਲਿਕ ਸੈਕਟਰ ਦੇ ਜਿਹੜੇ ਥਰਮਲ ਸੀ ਉਹਨਾਂ ਨੂੰ ਅਸੀਂ ਬੰਦ ਰੱਖਣਾ ਸ਼ੁਰੂ ਕਰ ਦਿੱਤਾ। ਮਿਸਾਲ ਦੇ ਤੌਰ 'ਤੇ ਪਿਛਲੇ ਸਾਲ ਜਿਹੜਾ ਲਹਿਰਾ ਮੁਹੱਬਤ ਦਾ ਥਰਮਲ ਹੈ, ਸਾਲ ਦੇ ਵਿੱਚੋਂ 33 ਦਿਨ ਫੁੱਲ ਲੋਡ 'ਤੇ ਚੱਲਿਆ। ਰੋਪੜ ਦਾ ਥਰਮਲ ਪਲਾਂਟ ਹੈ, ਸਿਰਫ 11 ਦਿਨ ਫੁੱਲ ਲੋਡ 'ਤੇ ਚੱਲਿਆ। ਬਠਿੰਡਾ ਦਾ ਥਰਮਲ ਪਲਾਂਟ 98% ਕਪੈਸਿਟੀ 'ਤੇ ਰੈਡੀ ਸੀ ਕਿ ਮੈਨੂੰ ਚਲਾਓ। ਜੇ ਅਸੀਂ ਉਸ ਨੂੰ ਚਲਾਵਾਂਗੇ ਨਹੀਂ ਤਾਂ ਉਹ ਜਿਹੜੀ ਪਰ ਯੂਨਿਟ ਕਾਸਟ ਹੈ ਉਹ ਨੈਚੁਰਲੀ ਇਨਕਰੀਜ਼ ਹੋਏਗੀ। ਤਾਂ ਇਹ ਲੌਜਿਕ ਬਣਾ ਕੇ ਇਹਨਾਂ ਨੇ ਇਸ ਨੂੰ ਬੰਦ ਕਰਨਾ ਚਾਹਿਆ। ਸੈਕਿੰਡ ਜਿਹੜਾ ਲੌਜਿਕ ਦਿੱਤਾ ਜਾ ਰਿਹਾ ਜਿਹੜਾ ਕਿ ਸੈਂਟਰ ਜਿਹੜੀ ਇਲੈਕਟ੍ਰਿਸਿਟੀ ਅਥਾਰਟੀ ਹੈ ਕਿ ਉਸਨੇ ਕਿਹਾ ਕਿ ਜਿੰਨੇ ਵੀ ਇੰਡੀਆ ਦੇ ਵਿੱਚ 25 ਸਾਲ ਤੋਂ ਜ਼ਿਆਦਾ ਉਮਰ ਭੋਗ ਚੁੱਕੇ ਨੇ ਥਰਮਲ, ਕਿ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਪਰ ਉਹਦੀ ਨਜ਼ਰ 'ਚ ਸਾਨੂੰ ਪਹਿਲਾਂ ਦੇਖਣਾ ਪਏਗਾ ਕਿ ਜਦੋਂ ਇਹਨਾਂ ਥਰਮਲਾਂ ਦੀ ਕਿਸ ਟਾਈਮ ਬਹੁਤ ਪ੍ਰੋਬਲਮ ਰਹੀ ਹੈ ਬਠਿੰਡਾ ਦੇ ਵਿੱਚ, ਬਹੁਤ ਜ਼ਿਆਦਾ ਸੁਆਹ ਸੁੱਟਦੇ ਰਹੇ ਨੇ, ਤਾਂ ਉਦੋਂ 750 ਕਰੋੜ ਰੁਪਏ ਦੀ ਲਾਗਤ ਨਾਲ ਇਹਨਾਂ ਦੀ ਰੈਨੋਵੇਸ਼ਨ ਕੀਤੀ ਗਈ ਹੈ। ਰੈਨੋਵੇਸ਼ਨ ਕੀਤੇ ਜਾਣ ਤੋਂ ਬਾਅਦ ਜਿਹੜੀ ਇਹਨਾਂ ਦੀ ਲਾਈਫ ਹੈ, ਜਿਵੇਂ ਇੱਕ ਯੂਨਿਟ ਨੰਬਰ 4 ਹੈਗਾ, ਉਹਦੀ ਲਾਈਫ 2031 ਤੱਕ ਵੱਧ ਚੁੱਕੀ ਹੈ। ਦੂਸਰੇ ਇੱਕ ਯੂਨਿਟ ਦੀ 2028 ਤੱਕ ਵੱਧ ਚੁੱਕੀ ਹੈ, ਇੱਕ ਦੀ 21 ਤੱਕ, ਇੱਕ ਦੀ 22 ਤੱਕ। ਅਤੇ ਇੰਟਰਸਟਿੰਗ ਗੱਲ, ਮਤਲਬ ਹੈਰਾਨੀ ਵਾਲੀ ਗੱਲ ਇਹ ਹੈਗੀ ਹੈ ਕਿ ਜਿਹੜੀ ਜਿਸ ਯੂਨਿਟ ਦੀ ਮਿਆਦ 2031 ਤੱਕ ਦੀ ਹੈ ਉਹ ਸਿਰਫ ਹਾਲੇ 100 ਦਿਨ ਚੱਲਿਆ ਸੀਗਾ। ਪਰ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਹੈ ਜਿਹੜੀ, ਉਸ ਤੋਂ ਪਹਿਲਾਂ ਇਸ ਦੀ ਪ੍ਰਵਾਨਗੀ ਲਈ ਗਈ ਸੀ ਕਿ ਅਸੀਂ ਬਠਿੰਡਾ ਥਰਮਲ ਨੂੰ ਰੈਨੋਵੇਟ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਪ੍ਰਵਾਨਗੀ ਦਿੱਤੀ ਔਰ ਨਾਲ ਉਹਨਾਂ ਨੇ ਇਹ ਛੋਟ ਵੀ ਦਿੱਤੀ ਕਿ ਜਿਹੜੇ ਥਰਮਲ 25 ਸਾਲ ਦੀ ਉਮਰ ਭੋਗ ਚੁੱਕੇ ਨੇ ਔਰ ਉਹਨਾਂ ਦੀ ਰੈਨੋਵੇਸ਼ਨ ਹੋ ਚੁੱਕੀ ਹੈ, ਉਹਨਾਂ 'ਤੇ ਕੋਈ ਰੋਕ ਨਹੀਂ ਕਿਸੇ ਕਿਸਮ ਦੀ। ਅਤੇ ਗੌਰਮੈਂਟ ਬਿਲਕੁਲ ਬੇਹੂਦਾ ਇਹ ਗੱਲ ਕਹਿ ਰਹੀ ਹੈਗੀ ਹੈ ਕਿ ਇਸ ਦੀ ਬਿਜਲੀ ਮਹਿੰਗੀ ਪੈਂਦੀ ਸੀ, ਇਹ ਸੁਆਹ ਛੱਡਦੇ ਸੀਗੇ। ਅਤੇ ਬੰਦ ਕਰਨ ਦਾ ਕਾਰਨ ਇਹ ਤਾਂ ਹੋ, ਜਿਵੇਂ ਕੱਲ੍ਹ ਵੀ ਅਸੀਂ ਸਾਡੇ ਵਿੱਤ ਮੰਤਰੀ ਜੀ ਕਹਿ ਰਹੇ ਸੀ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਰੌਲਾ ਪਾ ਰਹੀਆਂ, ਪਰ ਬਠਿੰਡਾ ਦੇ ਲੋਕ ਜਿਹੜੇ ਸੁਆਹ ਨੂੰ ਭੁਗਤ ਰਹੇ ਸੀ
ਪਿਛਲੇ 40 ਸਾਲਾਂ ਤੋਂ ਉਹ ਬੜੇ ਰਿਲੈਕਸ ਫੀਲ ਕਰ ਰਹੇ ਨੇ। ਪਰ ਮੈਂ ਕਿਉਂਕਿ ਖੁਦ ਬਠਿੰਡਾ ਰਿਹਾ, ਲੰਬਾ ਅਰਸਾ ਦੇਖਿਆ ਹੈਗਾ ਕਿ ਉੱਥੇ ਹੁਣ ਇਸ ਟਾਈਮ ਸਵਾਹ ਦੀ ਕੋਈ ਪ੍ਰੋਬਲਮ ਨਹੀਂ ਸੀ। ਔਰ ਪਿਛਲੇ ਸਾਲਾਂ ਦੇ ਵਿੱਚ ਕੋਈ ਵੀ ਗਵਰਨਮੈਂਟ ਦਾ ਬੰਦਾ, ਕੋਈ ਵੀ ਆਦਮੀ, ਕੋਈ ਇਹ ਪ੍ਰੈਸ ਨੋਟ, ਕੋਈ ਪ੍ਰੈਸ ਰਿਲੀਜ਼, ਕੋਈ ਪ੍ਰਦਰਸ਼ਨ ਹੋਇਆ ਵੀ ਕਿ ਸਾਡੇ ਤੇ ਸਵਾਹ ਡਿੱਗਦੀ ਹੈਗੀ ਹੈ, ਨਾ ਉੱਥੇ ਸਵਾਹ ਦੀ ਸਮੱਸਿਆ ਸੀਗੀ। ਬਲਕਿ ਹੁਣ ਤਾਂ ਇਹਨਾਂ ਨੂੰ ਰੈਨੋਵੇਟ ਕਰਨ ਤੋਂ ਬਾਅਦ ਜਿਹੜਾ 750 ਕਰੋੜ ਰੁਪਈਆ ਲਾਇਆ ਸੀ ਉਸ ਨੂੰ ਉਹ ਅਜਾਈ ਚਲਾ ਗਿਆ। ਉਹਦੀਆਂ ਕਿਸ਼ਤਾਂ ਆਤਿਸ਼ ਜੀ ਅਜੇ ਵੀ ਪਾਵਰਕਾਮ ਨੂੰ ਪੇ ਕਰਨੀਆਂ ਪੈਣਗੀਆਂ। ਜੇ ਤੁਸੀਂ ਪਰ ਕਾਸਟ ਯੂਨਿਟ ਦੀ ਗੱਲ ਕਰਦੇ ਹੋ ਕਿ ਬਠਿੰਡਾ ਵਾਲੀ ਥਰਮਲ ਤੋਂ ਮਹਿੰਗੀ ਪੈਂਦੀ ਸੀਗੀ, ਤਾਂ ਤੁਸੀਂ ਫਿਰ ਨਜ਼ਰ ਮਾਰੋ ਗੋਇੰਦਵਾਲ ਥਰਮਲ ਪਲਾਂਟ ਹੈ, ਇਸ ਟਾਈਮ ਅਸੀਂ ਉਹਨਾਂ ਤੋਂ 9 ਰੁਪਏ ਪਰ ਯੂਨਿਟ ਬਿਜਲੀ ਲੈ ਰਹੇ ਹਾਂ, ਠੀਕ ਹੈ। ਅਤੇ ਜੇ ਉਹਨੂੰ ਜਿਹੜੇ ਦੂਸਰੇ ਪ੍ਰਾਈਵੇਟ ਥਰਮਲ ਹੈਗੇ ਨੇ ਉਹਨਾਂ ਤੋਂ ਵੀ ਸਾਨੂੰ ਬਿਜਲੀ ਮਹਿੰਗੀ ਪੈ ਰਹੀ ਹੈ। ਅਸੀਂ ਲਹਿਰਾ ਮੁਹੱਬਤ ਹੈ ਸਾਡੇ ਕੋਲੇ ਦੂਸਰਾ ਹੈਗਾ ਤੁਹਾਡਾ ਰੋਪੜ ਵਾਲਾ ਥਰਮਲ ਹੈ। ਅਗਰ ਨਹੀਂ ਚਲਾਓਗੇ ਤਾਂ ਬਿਜਲੀ ਮਹਿੰਗੀ ਪਏਗੀ। ਪਰ ਸਾਨੂੰ ਗਵਰਨਮੈਂਟ ਨੂੰ ਇਹ ਪ੍ਰਾਇਓਰਟੀ ਦੇਖਣੀ ਪਏਗੀ, ਕਿਉਂਕਿ ਗਵਰਨਮੈਂਟ ਦੀ ਨੀਅਤ ਦੇ ਵਿੱਚ ਪਹਿਲੇ ਦਿਨ ਕਿਤੇ ਨਾ ਕਿਤੇ ਕੋਈ ਖੋਟ ਮੈਨੂੰ ਲੱਗਦਾ ਸੀਗਾ ਕਿ ਇਹ ਹੈਗਾ। ਇਸੇ ਕਰਕੇ ਇਹਦਾ ਜਿਹੜਾ ਇਸ ਨੂੰ ਵਾਈਂਡ ਅਪ ਕਰ ਦਿੱਤਾ ਗਿਆ, ਇਸ ਨੂੰ ਬੰਦ ਕਰ ਦਿੱਤਾ ਗਿਆ। ਅਦਰਵਾਈਜ਼ ਬਠਿੰਡਾ ਦੀ ਇੱਕ ਬਹੁਤ ਵੱਡੀ ਧਰੋਹਰ ਸੀ। ਜੇ ਤੁਹਾਨੂੰ ਲੱਗਦਾ ਹੀ ਹੈ ਵੀ ਕਿ ਪੰਜਾਬ ਸਰਕਾਰ ਨੂੰ ਇਹ ਘਾਟੇ ਦਾ ਸੌਦਾ ਲੱਗ ਰਿਹਾ ਸੀ, ਤਾਂ ਇਹਦਾ ਬਦਲ ਕੀ ਹੋ ਸਕਦਾ ਸੀ? ਨਹੀਂ, ਉਹ ਤਾਂ ਗਵਰਨਮੈਂਟ ਕਹਿ ਰਹੀ ਹੈ ਕਿ ਨਾ ਕਿ ਸਾਨੂੰ ਘਾਟੇ ਦਾ ਸੌਦਾ ਸੀ। ਜੇ ਕਿਸੇ ਚੀਜ਼ ਨੂੰ ਚਲਾਓਗੇ ਨਹੀਂ, ਤੁਸੀਂ ਇਸ ਕਿਸਮ ਦੀਆਂ ਪਾਲਿਸੀਆਂ ਲੈ ਕੇ ਆਓਗੇ, ਪ੍ਰਾਈਵੇਟ ਪ੍ਰੋਜੈਕਟਾਂ ਨੂੰ ਲੈ ਕੇ ਪ੍ਰਾਈਵੇਟ ਥਰਮਲਾਂ ਨੂੰ ਤਰਜੀਹ ਦਿੱਤੀ, ਫਿਰ ਉਹਨਾਂ ਨਾਲ ਤੁਸੀਂ ਇਸ ਕਿਸਮ ਦੀਆਂ ਕੰਡੀਸ਼ਨਾਂ ਕੀਤੀਆਂ। ਜਿੱਥੋਂ ਤੱਕ ਆਤਿਸ਼ ਜੀ ਇਹ ਸਵਾਲ ਹੈ ਕਿ ਇਸ ਦਾ ਬਦਲ ਕੀ ਹੋ ਸਕਦਾ ਸੀਗਾ। ਬਦਲ ਅਗਰ ਗਵਰਨਮੈਂਟ ਚਾਹੇ ਤਾਂ ਬਹੁਤ ਬਦਲ ਸੀ ਇਹਨਾਂ ਕੋਲੇ। ਤੁਸੀਂ ਥੋੜ੍ਹੀ ਯਾਦ ਹੋਵੇਗਾ ਕਿ ਜਿਸ ਟਾਈਮ ਥਰਮਲ ਬੰਦ ਹੋ ਗਿਆ ਸੀ, ਉੱਥੋਂ ਦੇ ਲੋਕਾਂ ਨੇ ਆਵਾਜ਼ ਕੀਤੀ ਕਿ ਸਾਡਾ ਬਹੁਤ ਵੱਡਾ ਪੁਰਾਣਾ 50 ਸਾਲ ਦਾ ਪ੍ਰੋਜੈਕਟ ਹੈਗਾ, ਇਸ ਨੂੰ ਜਿਉਂਦਾ ਰੱਖਿਆ ਜਾਵੇ। ਥਰਮਲ ਬੰਦ ਕਰ ਦਿੱਤਾ, ਫਿਰ ਵੀ ਲੋਕਾਂ ਨੇ ਕਿਸੇ ਨਾ ਕਿਸੇ ਰੂਪ 'ਚ ਅਸੈਪਟ ਕਰ ਲਿਆ ਸੀ। ਫਿਰ ਲੋਕਾਂ ਨੇ ਕਿਹਾ ਕਿ ਸਾਨੂੰ ਘੱਟੋ ਘੱਟ ਇਹਦੀਆਂ ਜਿਹੜੀ ਚਿਮਨੀ ਹੈ, ਇਹਦੇ ਕੂਲਿੰਗ ਟਾਵਰ ਹੈ, ਉਹ ਜਿਉਂਦੇ ਰਹਿ ਜਾਣ। ਇਹ ਬਠਿੰਡਾ ਦੀ ਇੱਕ ਪੁਰਾਣੀ ਨਿਸ਼ਾਨੀ ਹੈਗੀ ਹੈ। ਤਾਂ ਬਦਲ ਦੇ ਵਿੱਚੋਂ ਪਾਵਰਕਾਮ ਨੇ ਇੱਕ ਸਕੀਮ ਬਣਾਈ ਸੀ ਕਿ ਅਸੀਂ ਇੱਥੇ 100 ਮੈਗਾਵਾਟ ਦਾ ਜਿਹੜਾ ਸੋਲਰ ਪਲਾਂਟ ਹੈ ਜਿਹੜਾ ਉਹ ਲਗਾ ਦਿੰਦੇ ਆ, ਥਰਮਲ ਵਾਲੀ ਜਿਹੜੀ ਉੱਥੇ ਆਈਸਡੈਕ ਦੀ ਝੀਲਾਂ ਇੱਕ ਜਗ੍ਹਾ ਪਈ ਸੀ 800 ਏਕੜ ਦੇ ਕਰੀਬ ਥਰਮਲ ਦੀ ਲੈਂਡ ਹੈਗੀ ਹੈ ਜੀ, ਕਿ ਉੱਥੇ ਲਗਾ ਦਿੰਦੇ ਆ ਅਸੀਂ। ਅਤੇ ਜਿਹੜੇ ਬੋਰਡ ਆਫ ਡਾਇਰੈਕਟਰ ਹੈ ਪਾਵਰਕਾਮ ਦਾ, ਉਸਨੇ ਇਸ ਨੂੰ ਪਾਸ ਕਰ ਦਿੱਤਾ ਸੀਗਾ ਕਿ ਠੀਕ ਹੈ ਕਿ ਇੱਥੇ 100 ਮੈਗਾਵਾਟ ਦਾ ਸੋਲਰ ਪਲਾਂਟ ਲਾ ਦਿੱਤਾ ਜਾਵੇ। ਔਰ ਗਵਰਨਮੈਂਟ ਕੋਲੋਂ ਜਿਸ ਟਾਈਮ ਫਾਈਲ ਭੇਜੀ ਗਈ, ਗਵਰਨਮੈਂਟ ਨੇ ਬਿਨਾਂ ਉਸ 'ਤੇ ਕੋਈ ਐਕਸਪਰਟ ਓਪੀਨੀਅਨ ਲਏ, ਕਿਸੇ ਕਿਸਮ ਦਾ ਓਪੀਨੀਅਨ ਲਏ, ਕੋਈ ਕੈਬਨਿਟ 'ਚ ਰੱਖੇ, ਉਸ ਨੂੰ ਰੱਦ ਕਰ ਦਿੱਤਾ, ਰਿਜੈਕਟ ਕਰ ਦਿੱਤਾ ਅੱਖਾਂ ਬੰਦ ਕਰਕੇ। ਉਸ ਤੋਂ ਬਾਅਦ ਫਿਰ ਇੱਕ ਵਾਰੀ ਫਿਰ ਐਫਰਟਸ ਸ਼ੁਰੂ ਹੋਏ। ਉਸ ਤੋਂ ਬਾਅਦ ਇਹ ਸੋਚਿਆ ਗਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਰਾਲੀ ਦੀ ਬਹੁਤ ਪੋਲੂਸ਼ਨ ਦੀ ਸਮੱਸਿਆ ਜਦੋਂ ਉੱਠੀ, ਤਾਂ ਇੱਕ ਸਕੀਮ ਪਾਵਰਕਾਮ ਵੱਲੋਂ ਇਹ ਬਣਾਈ ਗਈ ਸੀਗੀ ਕਿ 60 ਮੈਗਾਵਾਟ ਦਾ ਬਾਇਓਮਾਸ 'ਤੇ ਪਰਾਲੀ 'ਤੇ ਚੱਲਣ ਵਾਲਾ ਇੱਕ ਯੂਨਿਟ ਨੂੰ ਪਰਾਲੀ 'ਤੇ ਚਲਾ ਦਿੰਦੇ ਆ। ਉਹਦੇ ਬਾਰੇ ਬੜੀ ਸਟੱਡੀ ਵੀ ਹੋਈ, ਐਕਸਪਰਟ ਨੇ ਆਪਣੀ ਓਪੀਨੀਅਨ ਦੀ, ਡੈਨਮਾਰਕ ਤੋਂ ਇੱਕ ਟੀਮ ਵੀ ਆਈ। ਉਹਦੇ 'ਚ ਲੱਗਿਆ ਕਿ ਸਿਰਫ 150 ਕਰੋੜ ਰੁਪਏ ਦੀ ਲਾਗਤ ਨਾਲ ਇਸ ਦਾ 4 ਨੰਬਰ ਯੂਨਿਟ ਹੈ ਜਿਹੜਾ, ਉਹਦੀ ਟਰਬਾਈਨ ਨੂੰ ਥੋੜ੍ਹਾ ਚੇਂਜ ਕਰਨਾ ਸੀਗਾ, ਉਹਦੇ ਨਾਲ ਪਰਾਲੀ 'ਤੇ ਉਹ ਯੂਨਿਟ ਚੱਲ ਸਕਦਾ ਸੀਗਾ। ਤਾਂ ਬੋਰਡ ਆਫ ਡਾਇਰੈਕਟਰ ਨੇ ਫਿਰ ਆਪਣਾ ਇੱਕ ਰੈਜੂਲੇਸ਼ਨ ਪਾਸ ਕੀਤਾ ਕਿ ਇਸ ਨੂੰ ਪਰਾਲੀ 'ਤੇ ਜਿਹੜਾ 4 ਨੰਬਰ ਯੂਨਿਟ ਹੈ ਉਸ ਨੂੰ ਚਲਾਇਆ ਜਾ ਸਕਦਾ ਹੈ। ਜਿਸ ਟਾਈਮ ਫਾਈਲ ਉਹ ਗਵਰਨਮੈਂਟ ਕੋਲ ਆਈ ਤਾਂ ਗਵਰਨਮੈਂਟ ਨੇ ਬਿਨਾਂ ਕੁਝ ਦੇਖੇ ਫਿਰ ਕੋਈ ਓਪੀਨੀਅਨ ਨਹੀਂ ਲਿਆ। ਨਾ ਗਵਰਨਮੈਂਟ ਨੇ ਦੱਸਿਆ ਕਿ ਅਸੀਂ ਜੀ ਐਕਸਪਰਟ ਭੇਜੇ ਸੀ ਕਿ ਠੀਕ ਨਹੀਂ, ਇਹ ਲਾਹੇਬੰਦਾ ਸੌਦਾ ਨਹੀਂ ਸਾਡੇ ਲਈ। ਉਹਦੇ ਨਾਲ ਕੀ ਹੋਣਾ ਸੀ, ਉਹ ਨਾ ਉਸ ਨੂੰ ਕੈਬਨਿਟ 'ਚ ਲਿਜਾਇਆ ਗਿਆ, ਉਹ ਵੀ ਆਤਿਸ਼ ਜੀ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਸਰਕਾਰ ਨੇ। ਦੋਨੇ ਚੀਜ਼ਾਂ ਨੂੰ ਰੱਦ ਕਰ ਦਿੱਤਾ ਗਿਆ, ਕਿਉਂਕਿ ਦੂਸਰੀ ਤਰਫ ਜੇ ਤੁਸੀਂ ਦੇਖੋਗੇ ਕਿ ਨਾ ਕਿ ਜਿਹੜੇ ਪੰਜਾਬ ਦੇ ਵਿੱਚ ਬਾਇਓਮਾਸ ਦੇ ਪ੍ਰਾਈਵੇਟ ਵੀ ਪ੍ਰੋਜੈਕਟ ਹੈਗੇ ਨੇ, ਉਹ 8 ਰੁਪਏ ਯੂਨਿਟ ਉੱਥੋਂ ਅਸੀਂ ਬਿਜਲੀ ਲੈ ਰਹੇ ਹਾਂ। ਅਤੇ ਜੇ ਬਾਇਓਮਾਸ 'ਤੇ ਅਸੀਂ ਆਪਣਾ ਪ੍ਰੋਜੈਕਟ ਇਸ ਨੂੰ ਇੱਕ ਯੂਨਿਟ ਨੂੰ ਚਲਾਉਣੇ ਤਾਂ ਸਾਨੂੰ ਕਾਸਟ ਇਹਦੀ ਜਿਹੜੀ ਐਕਸਪਰਟ ਦੱਸ ਰਹੇ ਨੇ 4 ਰੁਪਏ ਪੈਣੀ ਸੀਗੀ। ਅਗਰ ਸੋਲਰ 'ਤੇ ਚਲਾਉਂਦੇ ਤਾਂ ਸਾਨੂੰ 2.5 ਰੁਪਏ ਯੂਨਿਟ ਬਿਜਲੀ ਪੈਣੀ ਸੀਗੀ। ਪਰ ਅਸੀਂ ਆਪਣੇ ਪਬਲਿਕ ਸੈਕਟਰ ਦੇ ਇਹ ਪ੍ਰੋਜੈਕਟ ਨੂੰ ਰੱਦ ਕਰਕੇ ਅਸੀਂ ਬਾਇਓਮਾਸ ਤੋਂ ਲੈਂਦੇ ਹਾਂ ਹੁਣ ਵੀ। ਉਹ ਤਾਂ ਕੰਡੀਸ਼ਨ ਹੈਗੀ ਸੈਂਟਰਲ ਗੌਰਮੈਂਟ ਦੀ ਕਿ ਤੁਸੀਂ ਕਲੀਨ ਐਨਰਜੀ ਦੇ ਤਹਿਤ ਜਿਹੜਾ 10% ਸ਼ੇਅਰ ਹੈਗਾ ਉਹ ਤੁਸੀਂ ਬਾਇਓਮਾਸ ਦਾ ਜਾਂ ਜਿਹੜੇ ਤੁਹਾਡੇ ਹਾਈਡਲ ਪ੍ਰੋਜੈਕਟ ਹੈਗੇ ਨੇ ਜਾਂ ਸੋਲਰ ਵਾਲੇ ਜਾਂ ਵਿੰਡ ਵਾਲੇ ਉਹਨਾਂ ਤੋਂ ਲੈਣਾ ਹੈਗਾ। ਤਾਂ ਉਹ ਅੱਖਾਂ ਬੰਦ ਕਰਕੇ ਉਹਨੂੰ ਉਸ ਚੀਜ਼ ਨੂੰ ਬੰਦ ਕਰ ਦਿੱਤਾ। ਅਤੇ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਜ਼ਮੀਨ ਵੇਚਣ ਦੀ ਗੱਲ ਆਈ ਉਹਨੂੰ ਨਾਲ ਦੀ ਨਾਲ ਕੈਬਨਿਟ 'ਚ ਲੈ ਗਏ, ਮੋਹਰ ਲਾ ਦਿੱਤੀ। ਤਾਂ ਬਦਲ ਦੇ ਸਰਕਾਰਾਂ ਦੀ ਨੀਅਤ ਹੈਗੀ ਹੈ, ਇੰਫਰਾਸਟਰਕਚਰ ਹੈਗਾ, ਸਾਰਾ ਕੁਛ ਉੱਥੇ ਲੋਕਾਂ ਦੀ ਮੰਗ ਹੈਗੀ ਹੈ, ਕਿਧਰੇ ਪਾਸੋਂ ਲੋਕਾਂ ਦੀ ਡਿਮਾਂਡ ਨਹੀਂ ਉੱਠੀ। ਲੋਕ ਤਾਂ ਬਲਕਿ ਕਹਿ ਰਹੇ ਨੇ, ਜਦੋਂ ਦੇਖੋ ਪੋਲੀਟੀਕਲ ਪਾਰਟੀ ਸਾਡੇ ਮਾਨਯੋਗ ਮਿਨਿਸਟਰ ਜੀ ਨੇ ਜਿਹੜੇ ਮਨਪ੍ਰੀਤ ਬਾਦਲ ਜਿਸ ਟਾਈਮ ਇਹ ਚੋਣ ਲੜੇ ਸੀ, ਅਤੇ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਲੋਕਾਂ ਨਾਲ
ਕਿ ਇਸ ਨੂੰ ਰਿਵਾਈਵ ਕਰਾਂਗੇ, ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ, ਤਾਂ ਲੋਕਾਂ ਨੇ ਤੁਹਾਡੇ ਤੇ ਇੱਕ ਫੇਥ ਕੀਤਾ ਕਿ ਇਹ ਸਾਡਾ ਵਾਅਦਾ ਪੂਰਾ ਹੋਏਗਾ, ਤੇ ਤੁਸੀਂ ਇੱਕ ਭਰੋਸੇ ਨੂੰ ਵੀ ਤੋੜਿਆ, ਤਾਂ ਇੱਕ ਏਡੀ ਵੱਡੀ ਧਰੋਹਰ ਪੁਰਾਣਾ ਹੀ ਜਿਹੜਾ ਹੈਗਾ ਆ ਉਸ ਨੂੰ ਵੀ ਤੁਸੀਂ ਖਤਮ ਕਰਨ ਦੇ ਰਾਹ ਤੇ ਪਏ। ਚਰਨਜੀਤ ਜੀ, ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਤੇ ਹੁਣ ਸਨਅਤੀ ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ। ਕੀ ਬਠਿੰਡਾ ਦੇ ਵਿੱਚ ਹੋਰ ਕੋਈ ਵੀ ਢੁੱਕਵੀਂ ਥਾਂ ਨਹੀਂ ਸੀ ਜਿੱਥੇ ਪੰਜਾਬ ਸਰਕਾਰ ਸਨਅਤੀ ਪਾਰਕ ਬਣਾ ਸਕਦੀ, ਜਿਹੜਾ ਕਿ ਹੁਣ ਉਹਨਾਂ ਵੱਲੋਂ ਕਰੋੜਾਂ ਰੁਪਏ, ਹਜ਼ਾਰਾਂ ਕਰੋੜ ਰੁਪਏ ਖਰਚ ਕੇ ਇਹ ਥਰਮਲ ਪਲਾਂਟ ਜਿਹੜਾ ਬਣਾਇਆ ਗਿਆ, ਇਸ ਥਾਂ ਤੇ ਸਨਅਤੀ ਪਾਰਕ ਬਣਾਇਆ ਜਾ ਰਿਹਾ ਹੈ? ਨਹੀਂ ਦੇਖੋ ਆਤਿਸ਼ ਜੀ, ਗੱਲ ਇਹ ਹੈ ਕਿ ਸਨਅਤੀ ਪਾਰਕ ਬਣਾਉਣਾ ਕੋਈ ਮਾੜੀ ਗੱਲ ਨਹੀਂ, ਕਿਉਂਕਿ ਬਠਿੰਡਾ ਪਹਿਲਾਂ ਹੀ ਪਛੜਿਆ ਪਿਆ। ਉੱਥੇ ਤਾਂ ਸਿਰਫ ਸਾਡੇ ਇੱਕ ਬਠਿੰਡਾ ਰਿਫਾਈਨਰੀ ਹੈ ਇਕੱਲੀ, ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਵੱਡੇ ਇੰਡਸਟਰੀ ਦੇ ਐਂਗਲ ਤੋਂ। ਸਾਡੇ ਨਾ ਕੋਈ ਐਗਰੋ ਇੰਡਸਟਰੀ ਹੈ ਉੱਥੇ, ਹਾਲਾਂਕਿ ਸਾਡੀ ਉੱਥੇ ਕਾਟਨ ਬੈਲਟ ਦੇ ਤੌਰ ਤੇ ਜਾਣਿਆ ਜਾਂਦਾ ਕਿ ਕਾਟਨ ਦੇ ਬੜੇ ਵੱਡੇ ਪ੍ਰੋਜੈਕਟ ਕੋਈ ਆ ਸਕਦੇ ਸੀ ਉਸ ਕਿਸਮ ਦੀ। ਸਾਡੀ ਬਲਕਿ ਜੀ ਜਿੰਨਿੰਗ ਫੈਕਟਰੀਆਂ ਸੀ ਉਹ ਵੀ ਬੰਦ ਹੋ ਗਈਆਂ ਨੇ। ਜਿੱਥੋਂ ਤੱਕ ਇਸ ਦਾ ਸਵਾਲ ਹੈ ਲੈਂਡ ਦਾ ਕਿ ਇੰਡਸਟਰੀ ਦਾ ਹੈਗਾ, ਤਾਂ ਇਹ ਗੱਲ ਮੇਰੀ ਵੀ ਸਮਝ ਨੂੰ ਬਾਅਦ, ਅਗਰ ਇੰਡਸਟਰੀਅਲ ਪਾਰਕ ਲਈ ਅਸੀਂ ਇੱਕ ਜਗ੍ਹਾ ਲੈਣੀ ਹੈਗੀ ਹੈ ਤਾਂ ਸਾਡੇ ਕੋਲ ਹੋਰ ਵੀ ਅਲਟਰਨੇਟਿਵ ਨੇ। ਸਾਡੇ ਕੋਲ ਗੋਬਿੰਦਪੁਰਾ ਦੇ ਵਿੱਚ 2000 ਏਕੜ ਇੰਡੀਆ ਬੁਲਸ ਦੀ ਜਗ੍ਹਾ ਪਈ ਹੈ, ਉਹਨਾਂ ਨੇ ਥਰਮਲ ਲਾਉਣਾ ਸੀਗਾ। ਜੇ ਅਗਰ ਇੰਡਸਟਰੀ, ਜਿਸ ਤਰ੍ਹਾਂ ਕੱਲ੍ਹ ਵੀ ਗੌਰਮੈਂਟ ਨੇ ਵੀ ਇਹ ਗੱਲ ਕਹੀ ਹੈ ਕਿ ਜੀ ਸਾਨੂੰ ਚਾਈਨਾ ਤੋਂ ਬੜੀ ਹੋਪ ਹੈਗੀ ਹੈ ਕਿ ਉੱਥੋਂ ਬੜਾ ਨਿਵੇਸ਼ ਹੋਣ ਦੇ, ਜਿਹੜੇ ਉੱਥੇ ਨਿਵੇਸ਼ ਹੋਣਾ ਸੀ ਹੁਣ ਸਾਡੇ ਹੋਏਗਾ। ਅਗਰ ਇੰਨੀ ਕੀਨ ਹੈਗੀਆਂ ਨੇ, ਸਾਰੇ ਗਰੁੱਪ ਇੰਨੇ ਕੀਨ ਹੈ ਪ੍ਰਾਈਵੇਟ ਪਲੇਅਰ ਕਿ ਬਠਿੰਡੇ ਅਸੀਂ ਆ ਜਾਵਾਂਗੇ, ਤਾਂ 2000 ਲੈਂਡ ਜਿਹੜੀ ਉੱਥੇ ਪਈ ਹੈ। ਬਠਿੰਡਾ ਦੇ ਵਿੱਚ ਇੱਕ ਇੰਡਸਟਰੀਅਲ ਗਰੋਥ ਸੈਂਟਰ ਬਣਿਆ 92 ਦੇ ਵਿੱਚ, 400 ਪਲਾਟ ਇੰਡਸਟਰੀਅਲ ਪਲਾਟ ਕੱਟੇ ਗਏ, 400 ਦੇ ਵਿੱਚੋਂ 300 ਅਜੇ ਵੀ ਖਾਲੀ ਪਏ ਨੇ। ਜਿਸ ਟਾਈਮ ਕਾਂਗਰਸ ਦੀ ਗਵਰਨਮੈਂਟ ਹੁੰਦੀ ਸੀ 92 ਦੇ ਵਿੱਚ, ਉਹਨਾਂ ਨੇ ਕਿਹਾ ਕਿ ਬਠਿੰਡਾ ਨੂੰ ਅਸੀਂ ਟੈਕਸਟਾਈਲ ਸਿਟੀ ਬਣਾ ਦਿਆਂਗੇ। ਉਦੋਂ ਬਾਅਦ ਜਿਹੜੀ ਵੀ ਗਵਰਨਮੈਂਟ ਆਈ ਉਹਨਾਂ ਨੇ ਕਿਹਾ ਕਿ ਅਸੀਂ ਟੈਕਸਟਾਈਲ ਸਿਟੀ ਤਾਂ ਬਣਾਉਣਾ ਹੀ ਬਣਾਉਣਾ ਬਠਿੰਡੇ ਨੂੰ, ਪਰ ਉਹ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ। ਹੁਣ ਨਵਾਂ ਜਿਹੜਾ ਆਈਡੀਆ ਮਨਪ੍ਰੀਤ ਬਾਦਲ ਹੋਰੀ ਲੈ ਕੇ ਆਏ ਨੇ ਕਿ ਅਸੀਂ ਇੰਡਸਟਰੀਅਲ ਪਾਰਕ ਬਣਾ ਦੇਵਾਂਗੇ। ਮੇਰੀ ਅੱਜ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿ ਰਹੇ ਸੀ ਕਿ ਕਿਸਾਨ ਜੇ ਅਗਰ ਇੰਡਸਟਰੀਅਲ ਪਾਰਕ ਬਣਾਉਣਾ ਹੈਗਾ ਤਾਂ ਅਸੀਂ ਕੁਝ ਕਿਸਾਨ ਮਿਲ ਕੇ ਇਹਨਾਂ ਨੂੰ ਆਪਣੀ ਲੈਂਡ ਦੇ ਦਿੰਦੇ ਹਾਂ, ਉਨੀ ਨਹੀਂ ਚਾਹੀਦੀ, ਪਰ ਸਾਡਾ ਥਰਮਲ ਬਚਣਾ ਚਾਹੀਦਾ। ਅਸੀਂ ਅਲਟਰਨੇਟਿਵ ਦੇਣ ਨੂੰ ਤਿਆਰ ਹਾਂ। ਕੀ ਇੰਡਸਟਰੀ ਸਿਰਫ ਇਸ ਕਰਕੇ ਪੰਜਾਬ 'ਚ ਨਹੀਂ ਆ ਰਹੀ ਕਿ ਇੱਥੇ ਜ਼ਮੀਨ ਨਹੀਂ ਮਿਲਦੀ? ਜ਼ਮੀਨ ਤਾਂ ਹੁਣ ਤਾਂ ਜਿਸ ਤਰ੍ਹਾਂ ਦਾ ਪਹਿਲਾਂ ਵਾਲੇ ਸੀਨ ਤਾਂ ਨਹੀਂ ਰਹੇ ਹੈਗੇ ਨੇ ਕਿ ਪਹਿਲਾਂ ਲੈਂਡ ਅਕਵਾਇਰ ਹੁੰਦੀ ਸੀ, ਹੋਰ ਗੱਲ ਹੁੰਦੀ ਸੀਗੀ, ਅਤੇ ਹੁਣ ਤਾਂ ਲੋਕ ਬਹੁਤੇ ਆਪ ਵੀ ਇਸ਼ਕ ਹੁੰਦੇ ਨੇ ਕਿ ਸਾਨੂੰ ਜੇ ਜੈਨੂਨ ਰੇਟ ਮਿਲਦਾ, ਸਹੀ ਭਾਅ 'ਤੇ ਮਿਲਦੇ, ਤਾਂ ਅਸੀਂ ਦੇਣ ਨੂੰ ਤਿਆਰ ਹੈਗੇ ਹਾਂ। ਪਰ ਇਹਨਾਂ ਨੇ ਉੱਥੇ ਜਿਹੜੀ ਹੈਗੀ ਹੈ ਥਰਮਲ ਕਲੋਨੀ ਹੈਗੀ ਹੈ, ਉੱਥੇ ਆਫਿਸਰ ਜਿਹੜੀ ਸਿਵਲ ਲਾਈਨ ਏਰੀਆ ਹੈਗਾ ਉਹਦਾ 65 ਏਕੜ ਜਗ੍ਹਾ ਹੈਗੀ ਆ, ਪ੍ਰਾਈਮ ਲਾਈਨ ਹੈਗਾ, ਉੱਥੇ ਕਹਿੰਦੇ ਵੀ ਬੜਾ ਵਰਲਡ ਕਲਾਸ ਸਿਟੀ ਸੈਂਟਰ ਬਣੇਗਾ। ਹਾਲਾਂਕਿ ਬਠਿੰਡੇ ਦੇ ਵਿੱਚ 2 ਮਾਲ ਉਸੇ ਜਗ੍ਹਾ 'ਤੇ ਬਣੇ ਹੋਏ, ਇੱਕ ਉਸ ਜਗ੍ਹਾ 'ਤੇ ਬਣਿਆ, ਇੱਕ ਵਾਰ ਝੀਲਾਂ 'ਤੇ ਬਣੇ, ਦੋਨੇ ਬੰਦ ਪਏ ਨੇ। ਔਰ ਬਠਿੰਡਾ ਦੇ ਵਿੱਚ ਕੋਈ ਵੀ ਪਿਛਲੇ 3 ਸਾਲ 'ਚ ਕੋਈ ਇੰਡਸਟਰੀ ਨਹੀਂ ਆਈ। ਇੰਡਸਟਰੀਅਲ ਪਾਰਕ ਦਾ ਬਠਿੰਡਾ ਦੇ ਲੋਕ ਸਵਾਗਤ ਕਰਦੇ ਨੇ, ਪਰ ਉਹ ਇਹ ਚਾਹੁੰਦੇ ਨੇ ਕਿ ਜੇ ਇੰਡਸਟਰੀਅਲ ਪਾਰਕ ਬਣਾਉਣਾ ਹੈ ਤਾਂ ਉਸ ਨੂੰ ਇਸ ਲੈਂਡ 'ਤੇ ਨਾ ਬਣਾਇਆ ਜਾਵੇ। ਹੋਰ ਲੈਂਡ ਬਹੁਤ ਹੈਗੀ ਹੈ, ਇੱਕ ਇੰਡਸਟਰੀਅਲ ਗਰੋਥ ਸੈਂਟਰ ਦੀ ਲੈਂਡ ਪਈ ਆ, ਹੋਰ ਕਿਤੇ ਵੀ ਬਣਾਇਆ ਜਾ ਸਕਦਾ ਹੈਗਾ ਇੰਡਸਟਰੀਅਲ ਪਾਰਕ ਤਾਂ। ਬਾਕੀ ਹੁਣ ਦੇਖਣਾ ਇਹ ਨਹੀਂ ਪਤਾ ਕਿ ਜਿਸ ਤਰ੍ਹਾਂ ਇੱਥੇ ਮੋਹਾਲੀ ਦੇ ਗਮਾਡਾ ਦੀ ਕਿੰਨੀ ਲੈਂਡ ਪਈ ਇੰਡਸਟਰੀਅਲ ਦੇ, ਉੱਥੇ ਨਹੀਂ ਆ ਰਹੇ ਪਲੇਅਰ ਤਾਂ ਪ੍ਰਾਈਵੇਟ, ਠੀਕ ਹੈ। ਮਤਲਬ ਰਾਜਪੁਰ ਹੈ ਜਿੱਥੇ ਸਾਰੀਆਂ ਫੈਸਿਲਿਟੀਆਂ ਅਸੀਂ ਦੇਣ ਨੂੰ ਤਿਆਰ ਹੈਗੇ ਹਾਂ, ਪ੍ਰਾਈਵੇਟ ਕੰਪਨੀਆਂ ਤਾਂ ਉੱਥੇ ਉਸ ਵੱਲ ਮੂੰਹ ਨਹੀਂ ਕਰ ਰਹੀਆਂ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜ਼ਮੀਨ ਇਹੀ ਜ਼ਰੂਰ ਸੀ, ਇਹਨਾਂ ਨੂੰ ਹੋਰ ਬੜੀ ਪਲੇਨ ਜਿਹੜੀ ਜ਼ਮੀਨ ਆ ਉਹ ਮਿਲ ਸਕਦੀ ਸੀ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਨੂੰ ਲੈ ਕੇ ਛਿੜੇ ਸਿਆਸੀ ਵਿਵਾਦ ਸੰਬੰਧੀ ਆਪਣੇ ਨਾਲ ਗੱਲਬਾਤ ਕੀਤੀ। ਕੱਲ੍ਹ ਨੂੰ ਲੋਡੇ ਵੇਲੇ ਫਿਰ ਮਿਲਾਂਗੇ, ਸਮਾਂ ਉਹੀ ਕਰੀਬ 4:30 ਵਜੇ। ਪੰਜਾਬੀ ਟ੍ਰਿਬਿਊਨ ਲੋਕਾਂ ਦੀ ਆਵਾਜ਼ ਹੈ, ਲੋਕਾਂ ਦੀ ਆਵਾਜ਼ ਉਠਾਉਂਦਾ ਆ ਰਿਹਾ ਹੈ। ਕੱਲ੍ਹ ਨੂੰ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।